बियो बीज बदलै गया आपको गवैदार जे कोहे तो गवै रुति हूँ रुत होए नानक पाहै बाहरा कोरा रंग ना सो पैब कुम चढ़ाई है शरम पातन होए नानक भगति जे रपै कूड़ै सोई न कोई महला पहला। लपा दो राजा मेहता कूड़ो आसकदार काम नेव सत पुछिए बह बह करे विचार अंधेरा ते ज्ञान विहूणी भाए भरे मुरदार ज्ञानी नचे बाजे बावै रूप करे सिगार ऊंचे कुकै बाधा गावे जोधा का विचार मूरख पंडित हिकमत हुज्जत संजय करे प्यार धर्मी धर्म करे गवावे मंगे मोख द्वार जति सदा वै जुक्त न जाने छड़ बह घर बार सबको पूरा आपे होवे घट न कोई आखे पत परवाना पिछे पाइए ता नानक तो लिया जापै महला पहला। समझ नानका सच्चा विखा सोए सभी छाला मारिया करता करे सोए अगे जात न जोर अगे जिये नवे जिनकी लिखा पथ पवै चंगे से ही के पौड़ी तुर कर्म जना को तुद पाया ता तिन्नी कसमत आए न जनता का वस किछ नहीं तुद वे की जगत उपाया एक नो तू मेल ले एक आपो तुद को आया गुर कृपा ते जानिया जित तुद आप बुझाया सहजे ही सत समाया सच समाया तुर करना को तुद पाया ता तिन्नी कसमत आया इन्ना जनता का उस पिछनाई तुद की जगत पाया एक नानो तू मेरे लैक आप हो तुद खुआया गुर कृपा ते जानिया जिथे तुदा बुझाया सहजे सच समाया सहजे सच समाया ज्यों पावे त्यों राख ले हम शरण प्रभ आए राम राज हम पुल बिगाड़े दिन रात हर लाज रखाए हम बारक तू गुर पिता है दे मत समझाए धन नानक दास हर काढ़िया हर पैज रखाए पैज रखाए पैज रखाए। श्लोक महला पहला दुख दारू सुख रोग पाया जहाँ सुखताम ना होई तू करता करना मैं नाही जहाँ करी ना होई बलिहारी कुदरत बसया तरह तरह जाई लखया रहा जात में है जोत जोत में जाता या कलकला भरपूर है तू सच्चा साहिब शब्द सवाल जिनकी तिस पार पया कहो नानक करते क्या बातां जो किस करना सो कर रहा महला दूजा। जोग शब्द ज्ञान शब्द वेद शब्द ब्राह्मण कत्री शब्द सुर शब्द शूद्र शब्द प्राकृत है सर्व शब्द एक शब्द जे को जाना पे नानकता का दास है सो निरंजन देव महला दूजा। एक कृष्णं सर्वदेवा देव देवा तयात्मा आत्मा वासुदेव जे को जान पे हो नानकता का दास है सो निरंजन देव महला पहला। बेबद्धा चल रहा है जल बिल्कुल ना होए ज्ञान का बत्ता मन रहे गुर बिन ज्ञान न होए पौड़ी पड़ा होवे गुनागार तायों में साध न मारी अकाली काल तेरे हो नौ पचारी
ऐसे कला न केडिया जित दरगह गया हारिया पढ़ाया त्यों मिया विचार अगे विचारिया मुँह चला सो अगे मारिया सो अगे मारिया ਬੜੀ ਪੜਿਆ ਵੇ ਗੁਣਗਾਰ ਤੁਮੇ ਸਾਧਨਾ ਮਾਰੀ ਹੈ ਜਿਹ ਕਲ ਘਰ ਨਾ ਤੇ ਵੇ ਹੁਨਾ ਉਪਚਾਰੀ ਹੈ ਐਸੀ ਕਲਾ ਨਾ ਖੇਡੀ ਹੈ ਜਿਦਰ ਗਹਿ ਗਿਆ ਹਾਰੀ ਹੈ ਪੜਿਆ ਤਿਉ ਮੀਆਂ ਵਿਚਾਰ ਕੇ ਵਿਚਾਰੀ ਹੈ ਮੋਹ ਚੱਲੇ ਸੁਗੇ ਮਾਰੀ ਹੈ ਮੋਹ ਚੱਲੇ ਸੁਗੇ ਮਾਰੀ ਹੈ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਰਾਮ ਰਾਜ ਹਰਨਾਖਸ ਦੁਸ਼ਟ ਵਾਰ ਮਾਰਿਆ ਪ੍ਰਹਲਾਦ ਤਰਾਇਆ ਹੰਕਾਰਿਆ ਨਿੰਦਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਜਨ ਨਾਨਕ ਐਸਾ ਹਰ ਸੇਵਿਆ ਸ਼ਲੋਕ ਮਹਲਾ ਪਹਿਲਾ ਆਪੇ ਭਾਂਡੇ ਸਾਜਨ ਆਪੇ ਪੂਰਨ ਦੇ ਇਕ ਨੇ ਦੁੱਧ ਸਮਾਈ ਇੱਕ ਚੁੱਲੇ ਰਹਿਣ ਚੜੇ ਇੱਕ ਨੇ ਹਾਲੀ ਪੈ ਸਵਨ ਕੋ ਪਰਹਨ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹਲਾ ਦੂਜਾ ਆਪੇ ਸਾਜ ਕਰਿਆ ਜਾਈ ਪੈ ਰਖਿਆ ਤਿਸ ਜੰਤੁ ਪਾਏ ਕੈ ਦੇਖੈ ਥਾਪ ਉਥਾਪ ਕਿਸਨੋ ਕਹੀਐ ਨਾਨਕਾ ਸਭ ਕਿਛ ਆਪੇ ਆਪੜੇ ਵਡਕਿਆਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀ ਦੇ ਜੀਆ ਰਿਜ਼ਕ ਸੰਭਾਏ ਸਾਇ ਕਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ ਨਾਨਕ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਤਿਤ ਸਹਿ ਰਜਾਏ 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 ਸ਼ੁੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਟੇਕਿਆਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸਮਾਏ ਸਾਈ ਕਰ ਕਮਾਵਣੇ ਤੁਰ ਛੋਟੀ ਤਨੇ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜਿਤ ਸਰ ਜਾਏ ਸੋ ਕਰੇ ਜਿਤ ਸੈ ਰਜਾਏ ਸੁਤ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਹੋਇ ਦਾਇ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਜੀ ਜਿਹ ਬਾਝ ਨ ਜੀਆ ਜਾਈ ਜਾਉ ਮਿਲੈ ਤਾਂ ਕਾਲ ਅਗਾਈ ਸਦ ਜੀਵਨ ਭਲੋ ਕਹਾਹੀ ਮੂਏ ਬਿਨ ਜੀਵਨ ਨਾਹੀ ਅਬ ਕਿਆ ਕਥੀਐ ਗਿਆਨ ਵਿਚਾਰਾ
ਨਿਜ ਨਿਰਖਤ ਗਤ ਬਿਵਹਾਰਾ ਰਹਾਓ। ਘਸ ਕੁੰਕਮ ਚੰਦਨ ਗਾਰਿਆ ਬਿਨ ਨੈਨੋ ਜਗਤ ਨਿਹਾਰਿਆ। ਪੂਤ ਪਿਤਾ ਇਕ ਜਾਇਆ ਬਿਨ ਠਾਹਰ ਨਗਰ ਬਸਾਇਆ। ਜਾਚਕ ਜਨ ਦਾਤਾ ਪਾਇਆ ਸੋ ਦੀਆ ਨ ਜਾਈ ਖਾਇਆ। ਛੋੜਿਆ ਜਾਏ ਨਾ ਮੂਕਾ ਔਰਨ ਪਹਿਚਾਨਾ ਚੁਕਾ। ਜੋ ਜੀਵਨ ਮਰ ਨਾ ਜਾਣੈ ਸੋ ਪੰਚ ਸੈਲ ਸੁਖ ਮਾਨੈ। ਕਬੀਰੈ ਸੋ ਧਨ ਪਾਇਆ ਹਰ ਭੇਟ ਤੇ ਆਪ ਮਿਟਾਇਆ। ਕਬੀਰੈ ਸੋ ਧਨ ਪਾਇਆ ਹਰ ਭੇਟ ਤੇ ਆਪ ਮਿਟਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਰਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ ਅਤੇ ਚੱਲ ਰਹੀ ਲੜੀਵਾਰ ਕਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਸ਼ਬਦ ਸੋਰਠ ਰਾਗ ਵਿੱਚ ਹੈ। ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 655 ਤੇ ਸ਼ਿਸ਼ੋਭਤ ਹੈ। ਬ੍ਰਹਮ ਦੀ ਵਿਚਾਰ ਕਬੀਰ ਸਾਹਿਬ ਜੀ ਇਸ ਸ਼ਬਦ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ। ਸੋ ਆਓ ਆਪਾਂ ਸਮਝੀਏ ਜੀ। ਜਿਹੇ ਬਾਝ ਨਾ ਜੀਆ ਜਾਈ ਜਿਸ ਤੋਂ ਬਿਨਾਂ ਜੀਵਨ ਹੀ ਨਹੀਂ ਹੈ। ਕੀ ਨਾਮ ਨਾਮ ਤੋਂ ਬਿਨਾਂ ਜੀਆ ਨਹੀਂ ਜਾਂਦਾ ਹੈ। ਅਵਸਥਾ ਬਣ ਗਈ ਨਾ ਕਬੀਰ ਸਾਹਿਬ ਜੀ ਦੀ ਅਵਸਥਾ ਐਸੀ ਬਣ ਗਈ ਵੀ ਨਾਮ ਤੋਂ ਬਿਨਾਂ ਜੀਆ ਨਹੀਂ ਜਾਂਦਾ। ਔਰ ਜਿਸ ਨੂੰ ਨਾਮ ਮਿਲਿਆ ਜਾਂ ਜਿਹੜਾ ਨਾਮ ਨੂੰ ਪ੍ਰਾਪਤ ਹੋ ਗਿਆ ਉਹ ਨਾਮ ਤੋਂ ਬਿਨਾਂ ਬਾਅਦ 'ਚ ਉਹਦੀ ਜ਼ਿੰਦਗੀ ਨਹੀਂ ਹੈ। ਨਾਮ ਹੈ ਤਾਂ ਜੀਵਨ ਹੈ, ਨਾਮ ਨਹੀਂ ਤਾਂ ਜੀਵਨ ਨਹੀਂ ਹੈ। ਜੋ ਮਿਲਾ ਹੈ ਤਾਂ ਘਾਲ ਅਗਾਈ। ਇਹ ਘਾਲਣਾ ਹੈ ਜਿਹੜਾ ਨਾਮ ਜਪਣਾ, ਜਿੰਨੀ ਨਾਮ ਤੇ ਆ ਗਿਆ ਮਸ਼ੱਕਤ ਘਾਲ ਘਾਲਣਾ ਹੈ। ਸੋ ਘਾਲਣਾ ਕਰਦਿਆਂ ਜਦੋਂ ਮਿਲਦਾ ਉਹਦੀ ਬਖਸ਼ਿਸ਼ ਦੇ ਨਾਲ ਆ। ਜਦੋਂ ਉਹਨੇ ਦੇਖਣਾ ਭਾਂਡਾ ਸਾਫ਼ ਹੈ ਅਤੇ ਉਦੋਂ ਕਿਰਪਾ ਕਰ ਦਿੰਦਾ, ਨਾਮ ਦਿੰਦਾ ਹੈ। ਘਾਲਣਾ ਵੀ ਉਹਦੀ ਕਿਰਪਾ ਨਾਲ ਹੀ ਹੁੰਦੀ। ਉਹਦੀ ਕਿਰਪਾ ਤੋਂ ਬਿਨਾਂ ਘਾਲਣਾ ਵੀ ਨਹੀਂ ਹੁੰਦੀ। ਘਾਲਣਾ ਹੀ ਆ ਅੰਮ੍ਰਿਤ ਵੇਲੇ ਦਾ ਉੱਠਣਾ, ਸਿਮਰਨ ਕਰਨਾ, ਫਿਰ ਸੰਗਤ ਕਰਨੀ ਅਤੇ ਪੂਰਾ ਦਿਨ ਸੋ ਆਪਣੇ ਮਨ ਨੂੰ ਰੋਕ ਕੇ ਰੱਖਣਾ। ਇਹ ਘਾਲਣਾ ਹੈ ਸਾਰੀ। ਬਾਣੀ ਦੀ ਵਿਚਾਰ ਕਥਾ ਜਾਂ ਕੀਰਤਨ ਦੁਆਰਾ ਮਨ ਨੂੰ ਬਾਣੀ ਵਾਲੇ ਪਾਸੇ ਲਾ ਕੇ ਰੱਖਣਾ ਘਾਲਣਾ ਹੈ। ਉਹ ਆਪ ਕਰਾਵੇ ਅਤੇ ਘਾਲਣਾ ਹੁੰਦੀ ਹੈ। ਪਰ ਇੱਥੇ ਕਬੀਰ ਸਾਹਿਬ ਜੀ ਕਹਿੰਦੇ ਇੱਦਾਂ ਘਾਲਣਾ ਕਰਦਿਆਂ ਜੋ ਮਿਲੇ, ਜਦੋਂ ਮਿਲਦਾ ਤਾਂ ਅਗਾਈ ਇਹ ਰੱਜ ਜਾਂਦਾ। ਇਹਦੀ ਜਿਹੜੀ ਭੁੱਖ ਆ ਉਹ ਖਤਮ ਹੋ ਜਾਂਦੀ ਹੈ, ਇਹ ਰੱਜ ਜਾਂਦਾ। ਕਹਿੰਦੇ ਸਾਧ ਜੀਵਨ ਭਲੋ ਕਹਾਹੀ। ਸਾਧ ਜੀਵਨ ਅਸਲ 'ਚ ਭਲਾ ਜੀਵਨ ਕਿਹੜਾ? ਕਹਿੰਦੇ ਜਿਹੜਾ ਸਾਧ ਜੀਵਨ ਹੁੰਦਾ ਹੈ। ਉਹ ਸਾਧ ਜੀਵਨ ਕੀ ਹੁੰਦਾ? ਹਮੇਸ਼ਾ ਰਹਿਣੇ ਵਾਲਾ। ਹਮੇਸ਼ਾ ਸਰੀਰ ਤਾਂ ਹਮੇਸ਼ਾ ਰਹਿੰਦਾ ਨਹੀਂ। ਇਹਨੂੰ ਸਾਧ ਜੀਵਨ ਨਹੀਂ ਕਿਹਾ। ਜਿਹੜੀ ਉਮਰ ਹੈ ਸਾਨੂੰ ਮਿਲੀ ਹੋਈ ਸਵਾਸਾਂ ਦੀ, ਪਹਾੜੇ ਦੀ ਉਮਰ ਹੈ,
ਸਵਾਸ ਮਿਲੇ ਹੋਏ ਨੇ। ਅਤੇ ਇਹ ਕੋਈ ਸਾਧ ਜੀਵਨ ਥੋੜ੍ਹੀ ਹੈ। ਸਾਧ ਜੀਵਨ ਹੁੰਦਾ ਜਦੋਂ ਆਤਮਿਕ ਤੌਰ 'ਤੇ ਜਿਉਂਦਾ, ਉਹਨੂੰ ਸਾਧ ਜੀਵਨ ਕਿਹਾ ਜਾਂਦਾ, ਉਹਨੂੰ ਭਲਾ ਕਿਹਾ। ਸਾਧ ਜੀਵਨ ਭਲੋ ਕਹਾਹੀ, ਕਬੀਰ ਸਾਹਿਬ ਜੀ ਕਹਿੰਦੇ ਇਹ ਭਲਾ ਜੀਵਨ ਹੈ ਜਿਹੜਾ ਸਾਧ ਜੀਵਨ ਆ, ਆਤਮਿਕ ਜੀਵਨ ਜਿਹੜਾ ਅੰਦਰੋਂ ਜੀਂਦਾ ਫਿਰ। ਕਹਿੰਦਾ ਮੂਏ ਬਿਨ ਜੀਵਨ ਨਾਹੀਂ। ਅੱਛਾ, ਇਹ ਸਾਧ ਜੀਵਨ ਮਿਲਦਾ ਕਿਵੇਂ ਹੈ? ਕਬੀਰ ਸਾਹਿਬ ਜੀ ਕਹਿੰਦੇ ਪਹਿਲਾਂ ਮਰ ਜਾਓ, ਮਰ ਕੇ ਮਿਲਦਾ। ਕਹਿੰਦੇ ਜਿੰਨਾ ਚਿਰ ਇਹ ਮਰਦਾ ਨਹੀਂ ਉਨਾ ਚਿਰ ਸਾਧ ਜੀਵਨ ਹੈ ਨਹੀਂ, ਸਾਧ ਜੀਵਨ ਨਹੀਂ ਮਿਲਦਾ। ਹੁਣ ਜੇ ਅਸੀਂ ਇਹਨੂੰ ਜੀਵਨ ਮੰਨੀਏ ਜਿਹੜਾ ਸਵਾਸਾਂ ਵਾਲਾ, ਇਹ ਜਦੋਂ ਮਰ ਗਿਆ ਅਤੇ ਫਿਰ ਉਸ ਤੋਂ ਬਾਅਦ ਇਹ ਤਾਂ ਜੀ ਨਹੀਂ ਸਕਦਾ। ਜਦੋਂ ਸਵਾਸ ਖਤਮ ਹੋ ਗਿਆ, ਗਲਾ ਕੱਟਿਆ ਗਿਆ, ਬਿਸਮਿਲ ਜਦੋਂ ਹੋ ਜਾਂਦਾ, ਜਦੋਂ ਕਬੀਰ ਉਹਨੂੰ ਭਗਤ ਨਾਮਦੇਵ ਜੀ ਕਹਿੰਦੇ ਗਾਂ ਦਾ ਗਲਾ ਵੱਢ ਦਿੱਤਾ, ਕਹਿੰਦੇ ਕਿੱਦਾਂ ਜੀ ਉੱਠੂ? ਕਹਿੰਦੇ ਬਿਸਮਿਲ ਕੀਆ ਨਾ ਜੀਆ ਜਾਈ। ਇਹ ਨਹੀਂ ਕਹਿੰਦੇ ਹੁਣ ਗਾਂ ਨਹੀਂ ਜੀਂਦੀ ਹੋ ਸਕਦੀ, ਕਿਉਂ? ਇਹਦਾ ਗਲਾ ਵੱਢਿਆ ਗਿਆ। ਇਹ ਸਰੀਰ ਜਦੋਂ ਮਰਦਾ, ਮਰਨ ਤੋਂ ਬਾਅਦ ਸਰੀਰ ਥੋੜ੍ਹੀ ਜੀਂਦਾ। ਹੁਣ ਮਰਦਾ ਕੀ ਅਤੇ ਜੀਂਦਾ ਕੀ ਹੈ? ਸੋ ਇਹਦੀ ਜਿਹੜੀ ਜੀਵਨ ਦੀ ਚਾਹਤ, ਜੀਵਨ ਦੀਆਂ ਲੋੜਾਂ, ਇਹਦੀਆਂ ਇੱਛਾਵਾਂ ਉਹ ਮਰ ਜਾਂਦੀਆਂ। ਸੰਸਾਰ ਵਾਲੇ ਪਾਸੇ ਤੋਂ ਮਰ ਗਿਆ, ਸੰਸਾਰ ਵਾਲੇ ਪਾਸੇ ਤੋਂ ਮਰ ਗਿਆ, ਮਤਲਬ ਦੁੱਖ ਸੁੱਖ ਮਾਨ ਪਮਾਨ ਖਤਮ ਹੋ ਗਏ, ਸੰਸਾਰ ਵਾਲੇ ਪਾਸੇ ਤੋਂ ਮਰ ਗਿਆ। ਜਿੰਨਾ ਚਿਰ ਇਹ ਸੰਸਾਰ ਵਾਲੇ ਪਾਸੇ ਤੋਂ ਨਹੀਂ ਮਰਦਾ ਹੈ, ਉਨਾ ਚਿਰ ਇਹਨੂੰ ਆਤਮਿਕ ਜੀਵਨ ਨਹੀਂ ਪ੍ਰਾਪਤ ਹੁੰਦਾ ਹੈ, ਜਿਹਨੂੰ ਸਾਧ ਜੀਵਨ ਕਿਹਾ। ਕਹਿੰਦੇ ਮੂਏ ਬਿਨ ਜੀਵਨ ਨਾਹੀਂ, ਕਬੀਰ ਸਾਹਿਬ ਜੀ ਕਹਿੰਦੇ। ਅਬ ਕਿਆ ਕਥੀਐ ਗਿਆਨ ਵਿਚਾਰਾ। ਕਿਉਂਕਿ ਕਬੀਰ ਸਾਹਿਬ ਨੇ ਜੀਵਨ ਪਾਇਆ ਹੋਇਆ ਨਾ, ਕਹਿੰਦੇ ਮੈਂ ਗਿਆਨ ਦੇ ਨਾਲ ਇਸ ਜੀਵਨ ਬਾਰੇ ਕੀ ਕਥਨ ਕਰਕੇ ਦੱਸਾਂ, ਵੀ ਇਸ ਜੀਵਨ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਕੀ ਦੱਸਾਂ, ਕਿਵੇਂ ਸਮਝਾਵਾਂ। ਕਹਿੰਦੇ ਨਿਜ ਨਿਰਖਤ ਗਤ ਵਿਵਹਾਰਾ। ਨਿਜ ਨਿਰਖਤ ਹੁੰਦਾ ਜਦੋਂ ਬੰਦਾ ਆਪਣੇ ਆਪ ਨੂੰ ਇਹ ਤੱਕਦਾ, ਜਦੋਂ ਅੰਤਰਮੁਖ ਬਿਰਤੀ ਹੁੰਦੀ, ਉਹਨੂੰ ਨਿਜ ਨਿਰਖਤ ਕਿਹਾ ਜਾਂਦਾ ਹੈ। ਫਿਰ ਗਤ ਵਿਵਹਾਰਾ, ਫਿਰ ਅਵਸਥਾ ਬਣਦੀ ਹੈ। ਕਹਿੰਦੇ ਫਿਰ ਅਵਸਥਾ ਬਣਦੀ ਹੈ, ਅਤੇ ਕਬੀਰ ਸਾਹਿਬ ਜੀ ਉਸ ਅਵਸਥਾ ਨੂੰ ਪ੍ਰਾਪਤ ਹੋਏ ਨੇ। ਜਿਹੜਾ ਇੱਕ ਵਾਰੀ ਨਿਜ ਨਿਰਖਤ ਹੋ ਜਾਂਦਾ ਹੈ, ਉਹ ਤਾਂ ਬਾਹਰ ਮੁਖ ਹੁੰਦਾ ਹੀ ਨਹੀਂ, ਉਹਦੀ ਬਾਹਰ ਮੁਖ ਹੁੰਦਾ। ਉਹ ਫਿਰ ਉਹਦੀ ਅਵਸਥਾ ਵੀ ਗਤ ਵਿਵਹਾਰਾ, ਤਦੀ ਅਵਸਥਾ ਉਹਦੀ ਕਾਇਮ ਰਹਿੰਦੀ ਹੈ। ਕਿਉਂ? ਉਹਨੇ ਹਰ ਵਕਤ ਅੰਤਰਮੁਖ ਰਹਿਣਾ, ਬਾਹਰ ਮੁਖ ਨਹੀਂ ਹੁੰਦਾ। ਬਾਹਰ ਮੁਖ ਜੇ ਚਲੋ ਸੰਸਾਰ ਦੇ ਵਿੱਚ ਵਿਚਰਦਾ ਵੀ ਹੈ, ਅਤੇ ਉਹ ਵੀ ਅੰਤਰਮੁਖ ਬਿਰਤੀ ਨਾਲ ਵਿਚਰਦਾ, ਬਾਹਰ ਮੁਖ ਬਿਰਤੀ ਦੇ ਨਾਲ ਭਗਤ ਨਹੀਂ ਵਿਚਰਦਾ ਕਦੀ। ਸੋ ਕਬੀਰ ਸਾਹਿਬ ਜੀ ਨੇ ਉਹ ਅਵਸਥਾ ਨੂੰ ਪ੍ਰਾਪਤ ਕੀਤਾ। ਇਸ ਕਰਕੇ ਕਹਿੰਦਾ ਹੁਣ ਗਿਆਨ ਦੇ ਨਾਲ, ਭਾਵ ਗੱਲਾਂ ਦੇ ਨਾਲ ਤੁਹਾਨੂੰ ਕੀ ਸਮਝਾਈਏ ਇਸ ਅਵਸਥਾ ਬਾਰੇ, ਵੀ ਅਵਸਥਾ ਕੀ ਹੈ। ਰਹਾਓ ਘਾਸ ਕੁੰਕਮ ਚੰਦਨ ਗਾਰਿਆ। ਹੁਣ ਚੰਦਨ ਦੇ ਵਿੱਚ ਕੇਸਰ ਕੁੰਕਮ, ਇਹਨੂੰ ਨਾ ਇੰਨਾ ਘਸਾਇਆ ਆਪਸ ਵਿੱਚ, ਅਤੇ ਹੁਣ ਚੰਦਨ ਤਾਂ ਕੁੰਕਮ ਗਲ ਗਏ, ਇੱਕ ਹੋ ਗਏ। ਹੁਣ ਚੰਦਨ ਕੀ ਹੈ? ਤੁਮ ਚੰਦਨ ਹਮ ਏਰਿੰਡ ਵਾਪਰੇ। ਪਰਮਾਤਮਾ ਦਾ ਨਾਮ ਚੰਦਨ ਹੈ, ਪਰਮਾਤਮਾ ਦਾ ਨਾਮ ਚੰਦਨ ਹੈ। ਅਤੇ ਸੋ ਅਸੀਂ ਇਹ ਜੀਵ ਕੀ ਹੈ? ਇਹ ਕਹਿੰਦੇ ਏਰਿੰਡ ਹੈ। ਹੁਣ ਚਿੱਤ ਚੰਦਨ ਹੈ, ਮਨ ਏਰਿੰਡ ਹੈ। ਜਦੋਂ ਹੀ ਮਨ ਚਿੱਤ ਵੱਲ ਨੂੰ ਮੂੰਹ ਕਰਦਾ ਹੈ, ਅਤੇ ਉਹਦੇ ਵਿੱਚ ਵੀ ਸੁਗੰਧੀ ਆ ਜਾਂਦੀ, ਇਹ ਕੁੰਕਮ ਬਣ ਜਾਂਦਾ। ਮਨ ਜਦੋਂ ਹੀ ਕੁੰਕਮ ਬਣਿਆ, ਫਿਰ ਚੰਦਨ ਵਿੱਚ ਗਲਦਾ। ਜਿੰਨਾ ਚਿਰ ਮਨ ਆਪਣਾ ਹੰਕਾਰ ਨਹੀਂ ਛੱਡਦਾ, ਇਹ ਕੁੰਕਮ ਨਹੀਂ ਬਣਦਾ। ਜਦੋਂ ਮਨ ਨੇ ਹੰਕਾਰ ਛੱਡਿਆ, ਹੁਣ ਰਿੰਡ ਰਿਹਾ ਹੀ ਨਹੀਂ, ਹੁਣ ਇਹੋ ਕੁੰਕਮ ਬਣ ਗਿਆ। ਰਿੰਡ ਨਹੀਂ ਕਦੀ ਚੰਦਨ 'ਚ ਗਲਦੀ ਹੁੰਦੀ, ਰਿੰਡ ਕਦੀ ਚੰਦਨ ਵਿੱਚ ਮਿਕਸ ਨਹੀਂ ਹੁੰਦੀ। ਜਿਹੜਾ ਕੁੰਕਮ ਹੈ ਚੰਦਨ ਵਿੱਚ ਗਲ ਜਾਂਦਾ। ਜਦੋਂ ਹੀ ਮਨ ਨੇ ਹੰਕਾਰ ਛੱਡਿਆ, ਹੁਣ ਰਿੰਡ ਨਹੀਂ ਰਿਹਾ, ਕੁੰਕਮ ਬਣ ਗਿਆ। ਫਿਰ ਇਹ ਚੰਦਨ ਦੇ ਵਿੱਚ ਗਲ ਗਿਆ। ਕਹਿੰਦੇ ਭਾਵ ਮਨ ਚਿੱਤ ਇੱਕ ਹੋ ਗਿਆ। ਬਿਨ ਨੈਨੋ ਜਗਤ ਨਿਹਾਰਿਆ। ਫਿਰ ਬਿਨਾਂ ਅੱਖਾਂ ਤੋਂ ਇਸਨੇ ਜਗਤ ਨੂੰ ਦੇਖਣਾ ਸ਼ੁਰੂ ਕੀਤਾ। ਹੁਣ ਸਾਡੀਆਂ ਦੋ ਅੱਖਾਂ, ਜਦੋਂ ਅੰਦਰਲੀ ਅੱਖ ਖੁੱਲ੍ਹਦੀ ਆ ਉਹ ਇੱਕ ਹੈ। ਰੱਬ ਨੇ ਸੋ ਜੇ ਸੰਸਾਰ ਵੀ ਬਣਾਇਆ, ਸੋ ਇਹਦੇ ਵਿੱਚੋਂ ਪਰਮਾਰਥ ਝਲਕਦਾ ਹੈ, ਪਰਮਾਰਥ ਝਲਕਦਾ। ਸੰਸਾਰ ਦੀ ਹਰ ਇੱਕ ਵਸਤੂ ਦੇ ਵਿੱਚ ਪਰਮਾਰਥ ਹੈ, ਉਪਦੇਸ਼ ਹੈ ਪਰਮਾਰਥ ਦਾ। ਜਿੱਦਾਂ ਦੋ ਅੱਖਾਂ ਆ,
ਦੋ ਥੋੜ੍ਹੀ ਦੀਦੇ, ਇੱਕ ਦੀਦਾ। ਜਿਹੜੀ ਅੰਦਰਲੀ ਅੱਖ ਉਹ ਇੱਕ ਹੈ। ਔਰ ਜਿਸ ਨੇ ਮਹਾਰਾਜ ਕਹਿੰਦੇ ਜਿਹੜਾ ਦੋ ਅੱਖਾਂ 'ਚ ਤੁਹਾਨੂੰ ਇੱਕ ਦਿਸਦਾ ਹੈ, ਉਹ ਜਿਹੜਾ ਇੱਕ ਦੇਖਦੀ ਪਈ ਹੈ ਨਾ, ਜਿਹੜਾ ਅੰਦਰਲੀ ਜੋਤ, ਉਹਨੂੰ ਦੇਖ ਹੁਣ, ਉਹਦੇ ਵੱਲ ਨਿਗਾਹ ਕਰ। ਕਹਿੰਦੇ ਪਰਮਾਰਥ ਸੰਸਾਰ ਕਿਉਂਕਿ ਇੱਕੋ ਸਿੱਕੇ ਦੇ ਦੋਨੋਂ ਪਾਸੇ ਨੇ। ਬਿਨ ਨੈਣੋ ਜਗਤ ਨਿਹਾਰਿਆ। ਹੁਣ ਮੈਂ ਜਗਤ ਨੂੰ ਤੱਕਦਾ ਬਿਨਾਂ ਅੱਖਾਂ ਦੇ ਨਾਲ ਨਹੀਂ, ਅੱਖਾਂ ਤੋਂ ਬਿਨਾਂ ਤੱਕਦਾ। ਇਹ ਕਬੀਰ ਸਾਹਿਬ ਜੀ ਆਪਣੀ ਅਵਸਥਾ ਦਾ ਜ਼ਿਕਰ ਕਰਦੇ ਹੈ। ਪੂਤ ਪਿਤਾ ਇੱਕ ਜਾਇਆ, ਬਿਨ ਠਾਹਰ ਨਗਰ ਬਸਾਇਆ। ਕਹਿੰਦੇ ਪਿਤਾ ਨੇ ਪੁੱਤਰ ਨੂੰ ਜਨਮ ਦਿੱਤਾ, ਤੇ ਸ਼ਬਦੀ ਅਰਥ ਤਾਂ ਇਹੀ ਹੈ ਨਾ। ਤੇ ਮਾਂ ਜਨਮ ਦਿੰਦੀ, ਪਿਤਾ ਥੋੜ੍ਹੀ ਜਨਮ ਦਿੰਦਾ ਹੈ, ਮਾਂ ਜਨਮ ਦਿੰਦੀ ਹੁੰਦੀ ਹੈ। ਪਰ ਇੱਥੇ ਹੁਣ ਪਰਮਾਰਥ ਦੀ ਗੱਲ ਚੱਲਦੀ ਹੈ। ਤੇ ਪਿਤਾ ਗੁਰਬਾਣੀ ਵਿੱਚ, ਗੁਰਬਾਣੀ ਨੂੰ ਪੁੱਛੋ ਵੀ ਪਿਤਾ ਕੌਣ ਹੈ, ਕਹਿੰਦੇ ਪਿਤਾ ਸੰਤੋਖ। ਪਿਤਾ ਸੰਤੋਖ ਹੈ ਨਾ, ਸੰਤੋਖ ਪਿਤਾ, ਮਤ ਮਾਤਾ ਬਾਣੀ 'ਚ ਵਿਚਰਾਉਂਦੇ। ਪੁੱਤਰ ਕੌਣ ਹੈ, ਪੁੱਤਰ ਗਿਆਨ ਹੁੰਦਾ। ਬਿਨਾਂ ਸੰਤੋਖ ਤੋਂ ਕਦੀ ਗਿਆਨ ਨਹੀਂ ਪੈਦਾ ਹੁੰਦਾ। ਪੂਤ ਪਿਤਾ ਇੱਕ ਜਾਇਆ। ਸੋ ਜਿਸ ਦੇ ਅੰਦਰ ਸੰਤੋਖ ਆਇਆ, ਉਸ ਦੇ ਅੰਦਰੋਂ ਪਵਿੱਤਰ ਗਿਆਨ ਦਾ ਜਨਮ ਹੋਇਆ। ਜੇ ਸੰਤੋਖ ਨਹੀਂ ਹੈ, ਗਿਆਨ ਤਾਂ ਹੋਰ ਵੀ ਬੜੇ ਨੇ, ਪਰ ਜਿਹੜਾ ਪਵਿੱਤਰ ਗਿਆਨ ਹੈ, ਬਾਣੀ ਦਾ ਗਿਆਨ ਹੈ, ਬ੍ਰਹਮ ਗਿਆਨ, ਇਹ ਸੰਤੋਖ ਦੇ ਵਿੱਚੋਂ ਪੈਦਾ ਹੁੰਦਾ। ਕਹਿੰਦੇ ਸੋ ਕਿਰਪਾ ਹੋ ਗਈ, ਸੰਤੋਖ ਮਿਲਿਆ, ਉਹਦੇ 'ਚੋਂ ਗਿਆਨ ਪੈਦਾ ਹੋ ਗਿਆ। ਕਹਿੰਦੇ ਜਦੋਂ ਹੀ ਗਿਆਨ ਪੈਦਾ ਹੋਇਆ, ਫਿਰ ਕੀ ਹੋਇਆ? ਕਹਿੰਦੇ ਮੈਂ ਇੱਕ ਐਸੀ ਨਗਰੀ ਦਾ ਵਾਸੀ ਹੋ ਗਿਆ ਜਿਹਦਾ ਸਹਾਰਾ ਹੀ ਕੋਈ ਨਹੀਂ। ਬਿਨ ਠਾਹਰ ਨਗਰ ਬਸਾਇਆ। ਆ ਧਰਤੀ 'ਤੇ ਜਿੰਨੇ ਵੀ ਸ਼ਹਿਰ ਬਸੇ ਹੋਏ ਨੇ, ਇਹਨਾਂ ਦਾ ਸਹਾਰਾ ਧਰਤੀ ਹੈ। ਨੀਂਹ ਪੁੱਟਦੇ ਹੈ, ਨੀਂਹ ਪੁੱਟ ਕੇ ਫਿਰ ਮਕਾਨ ਉਸਾਰਦੇ ਹੈ, ਵੀ ਨੀਂਹ ਮਜ਼ਬੂਤ ਚਾਹੀਦੀ ਹੈ। ਜਿਹੜਾ ਬ੍ਰਹਮ ਗਿਆਨੀ ਹੈ, ਇਹ ਨਗਰ ਕਿੱਥੇ ਵਸਾਉਂਦਾ? ਆਕਾਸ਼ ਵਿੱਚ। ਬਿਨ ਠਾਹਰ ਤਾਂ ਜਿਹੜਾ ਆਕਾਸ਼ ਹੈ, ਆਕਾਸ਼ ਦੇ ਵਿੱਚ ਜਿਹੜੀ ਨਗਰੀ, ਉਹਦਾ ਸਹਾਰਾ ਕਿਹੜਾ? ਵੀ ਬਿਨ ਠਾਹਰ। ਭਾਵ ਹਿਰਦੇ ਦੇ ਵਿੱਚ ਨਗਰ ਵਸਾਇਆ, ਦਸਮ ਦਵਾਰ ਦੇ ਵਿੱਚ ਨਗਰ ਵਸਾਇਆ। ਉੱਥੇ ਮਾਇਆ ਵੀ ਸਹਾਰਾ ਨਹੀਂ ਹੈ ਕੋਈ। ਇੱਥੇ ਸੰਸਾਰ ਦੇ ਵਿੱਚ ਹਰੇਕ ਨੇ ਮਾਇਆ ਵੀ ਸਹਾਰਾ ਲਿਆ ਹੋਇਆ। ਕਿਸੇ ਦਾ ਕੋਈ ਸਹਾਰਾ, ਕਿਸੇ ਦਾ ਕੋਈ ਸਹਾਰਾ। ਸਹਾਰੇ ਤੋਂ ਬਿਨਾਂ ਹੈ ਹੀ ਕੁਝ ਨਹੀਂ ਹੈ। ਪਰ ਜਦੋਂ ਬ੍ਰਹਮ ਗਿਆਨੀ ਜਿਹੜਾ ਜਦੋਂ ਆਪਣਾ ਨਗਰ ਵਸਾਉਂਦਾ ਹੈ, ਸੋ ਉਹ ਕਿਸੇ ਵੀ ਮਾਇਆ ਵੀ ਸਹਾਰੇ ਤੋਂ ਬਿਨਾਂ ਆਪਣਾ ਨਗਰ ਵਸਾਉਂਦਾ ਹੈ। ਕਬੀਰ ਸਾਹਿਬ ਜੀ ਕਹਿੰਦੇ ਮੈਂ ਉਹ ਨਗਰ ਵਸਾ ਲਿਆ। ਤੇ ਉਸ ਹੁਣ ਜਿਹੜਾ ਨਗਰ ਹੈ, ਉਹਦੇ ਨਗਰ ਵੀ ਕਿਤੇ ਛੋਟਾ ਜਿਹਾ ਥੋੜ੍ਹੀ ਹੈ। ਭਗਤ ਜਿਹੜਾ ਨਗਰ ਵਸਾਉਂਦਾ ਛੋਟਾ ਨਹੀਂ ਹੁੰਦਾ, ਨਗਰ ਤਾਂ ਨਗਰੇ ਹੀ ਹੁੰਦਾ ਨਾ ਫਿਰ। ਤੇ ਉਹਦੇ ਵਿੱਚ ਜਿੰਨੇ ਮਰਜ਼ੀ ਆਣ ਕੇ ਵਸ ਜਾਣ। ਤਦੇ ਮਹਾਰਾਜ ਨੇ ਕਹਤਾ ਸੰਗੀ ਸਾਥੀ ਸਗਲ ਤਰਾਈ। ਸੋ ਤਦੇ ਬਾਣੀ 'ਚ ਜ਼ਿਕਰ ਆਉਂਦਾ, ਕਹਿੰਦੇ ਗੁਰਮੁਖ ਕੋਟ ਉਧਾਰਦਾ ਦੇ ਨਾਮ ਹੈ ਇੱਕ ਕਹਾਣੀ। ਰਵਿਦਾਸ ਜੀ ਨੇ ਹੁੱਕਾ ਨਹੀਂ ਦਿੱਤਾ, ਕਹਿੰਦੇ ਕੋ ਬੰਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਕਹਿੰਦੇ ਜੋ ਮੇਰਾ ਸ਼ਹਿਰੀ ਬਣ ਗਿਆ ਨਾ, ਜੋ ਮੇਰੇ ਨਗਰ ਵਾਲਾ ਬਣ ਗਿਆ, ਕਹਿੰਦੇ ਮਿੱਤਰ ਹੈ ਮੇਰਾ। ਤੇ ਉੱਥੇ ਨਗਰ 'ਚ ਕੋਈ ਜਗ੍ਹਾ ਦੀ ਕਮੀ ਨਹੀਂ ਹੈ। ਜਿਹੜਾ ਨਗਰ ਸੋ ਕਬੀਰ ਸਾਹਿਬ ਨੇ ਵਸਾਇਆ, ਸੋ ਨਗਰ ਉਹ ਬਿਨ ਠਾਹਰ ਨਗਰ ਵਸਾਇਆ। ਉਹ ਬਿਨਾਂ ਮਾਇਆ ਵੀ ਸਹਾਰੇ ਤੋਂ ਨਗਰ ਵਸਾਇਆ ਕਿਹਦਾ? ਰੱਬ ਦਾ ਵਸਾਇਆ ਹੋਇਆ। ਭਗਤ ਨੂੰ ਮਾਲਕ ਬਣਾਇਆ ਜਾਂਦਾ। ਭਗਤ ਉੱਥੇ ਮਾਲਕ ਹੁੰਦਾ ਹੈ ਉਸ ਨਗਰ ਦਾ। ਕਬੀਰ ਸਾਹਿਬ ਜੀ ਕਹਿੰਦੇ ਮੈਂ ਉਸ ਨਗਰ ਦਾ ਹੁਣ ਵਾਸੀ ਹੋ ਗਿਆ। ਜਾਚਕ ਜਨ ਦਾਤਾ ਪਾਇਆ, ਸੋ ਦੀਆ ਨਾ ਜਾਈ ਖਾਇਆ। ਹੁਣ ਜਾਚਕ ਤਾਂ ਬੜੇ ਹੁੰਦੇ ਨੇ, ਮੰਗਤੇ ਜਾਚਕ ਥੋੜ੍ਹੇ ਆ ਕਿਤੇ। ਪਰ ਜਾਚਕ ਜਿਹੜਾ ਜਨ ਜਾਚਕ ਹੁੰਦਾ ਉਹ ਘੱਟ ਹੈ। ਜਨ ਜਾਚਕ, ਹੁਣ ਜਾਚਕ ਜਿਹੜਾ ਜਨ ਬਣ ਗਿਆ, ਜਨ ਬਣ ਕੇ ਜਿਹੜਾ ਜਾਚਕ ਬਣਦਾ ਹੈ ਨਾ। ਪਹਿਲੋਂ ਤਾਂ ਜਾਚਕ ਬਣਿਆ ਜਨ ਬਣਨ ਵਾਸਤੇ, ਇਸ 'ਚ ਪਾਤਸ਼ਾਹ ਆਪਣਾ ਜਨ ਬਣਾ ਲਾ। ਹੁਣ ਜਨ ਬਣਿਆ, ਹੁਣ ਫੇਰ ਨਹੀਂ ਮੰਗਣੋਂ ਹਟਦਾ। ਹੁਣ ਕੀ ਮੰਗਦਾ? ਨਹੀਂ ਦਾਤਾ ਤੂੰ ਹੀ ਚਾਹੀਦਾ। ਜਾਚਕ ਜਨ ਦਾਤਾ ਪਾਇਆ। ਜਿੰਨਾ ਚਿਕਰ ਇਹ ਜਾਚਕ ਜਨ ਨਹੀਂ ਬਣਦਾ, ਉਨਾ ਚਿਕਰ ਇਹ ਦਾਤਾ ਪ੍ਰਾਪਤ ਨਹੀਂ ਕਰ ਸਕਦਾ।
ਤੇ ਕਬੀਰ ਸਾਹਿਬ ਜੀ ਜਦੋਂ ਜਾਚਕ ਜਨ ਬਣੇ ਨਾ, ਜਾਚਕ ਜਨ ਦਾਤਾ ਪਾਇਆ, ਤੇ ਉਹ ਦਾਤਾ ਪ੍ਰਾਪਤ ਹੋ ਗਿਆ। ਉੱਥੇ ਫਿਰ ਕਬੀਰ ਸਾਹਿਬ ਜੀ ਕਹਿੰਦੇ ਕੀ ਕਿਰਪਾ ਹੋਈ, ਕਹਿੰਦੇ ਇਹ ਛੋੜਿਆ ਨਾ ਜਾਈ ਖਾਇਆ, ਸੋ ਦੀਆ ਨਾ ਜਾਈ ਖਾਇਆ। ਉਹ ਜਦੋਂ ਉਹਨੇ ਫਿਰ ਨਾਮ ਦਿੱਤਾ ਨਾ, ਪਰਮਾਤਮਾ ਨੇ ਅੰਮ੍ਰਿਤ ਦਿੱਤਾ, ਨਾਮ ਦਿੱਤਾ, ਸੋ ਦੀ ਹੈ ਉਹਨੇ ਦੇ ਦਿੱਤਾ, ਮੇਰੇ ਕੋਲ ਖਾਧਾ ਹੀ ਨਹੀਂ ਜਾਂਦਾ, ਨਾ ਜਾਈ ਖਾਇਆ। ਇਹ ਨਹੀਂ ਬੇਸਵਾਦਾ, ਸਵਾਦ ਬੜਾ ਹੈ, ਆਨੰਦ ਬੜਾ ਆਉਂਦਾ ਹੈ, ਪਰ ਉਹ ਵੀ ਖਾਧਾ ਕਿਉਂ ਨਹੀਂ ਜਾਂਦਾ। ਕਹਿੰਦੇ ਛੋੜਿਆ ਜਾਏ ਨਾ ਮੁੱਕਾ, ਨਾ ਤਾਂ ਉਹ ਛੱਡਿਆ ਜਾਂਦਾ, ਨਾ ਉਹ ਖਤਮ ਹੁੰਦਾ। ਲੰਗਰ ਦੇ ਵਿੱਚ ਜਦੋਂ ਪ੍ਰਸ਼ਾਦਾ ਵਰਤਦਾ, ਸੋ ਉਸ ਵੇਲੇ ਕਹਿਣਾ ਭਾਈ ਝੂਠ ਨਹੀਂ ਛੱਡਣੀ, ਕਹਿੰਦੇ ਨਾ ਝੂਠ। ਹੁਣ ਇਹ ਨਹੀਂ ਪਤਾ ਕਿਸੇ ਨੂੰ ਵੀ ਇਹ ਸਿਧਾਂਤ ਕਿੱਥੋਂ ਮਿਲਿਆ ਹੋਇਆ ਹੈ। ਗੱਲ ਬ੍ਰਹਮ ਦੀ ਹੈ, ਇਹ ਗੱਲ ਬ੍ਰਹਮ ਦੀ ਹੈ। ਹੁਣ ਜੇ ਝੂਠ ਨਹੀਂ ਛੱਡਣੀ ਤਾਂ ਝੂਠ ਨਾਲ ਭਾਂਡੇ ਭਰੇ ਹੋਏ ਹੁੰਦੇ ਆ, ਉਹ ਤਾਂ ਗੱਲ ਕੋਈ ਅੰਦਰਲੀ ਬ੍ਰਹਮ ਦੀ ਗੱਲ ਚੱਲਦੀ ਪਈ। ਨਾ ਤਾਂ ਉਹ ਛੱਡਿਆ ਜਾਂਦਾ, ਨਾ ਉਹ ਮੁੱਕਦਾ, ਰੱਜ ਜਾਂਦਾ। ਕਿੱਥੇ ਰੱਜਦਾ? ਨਾਮ ਦੇ ਨਾਲ, ਅੰਮ੍ਰਿਤ ਦੇ ਨਾਲ। ਜੇ ਰੱਜ ਗਿਆ ਹੋਵੇ ਤਾਂ ਛੱਡ ਨਾ ਦੇਵੇ, ਫਿਰ ਤਾਂ ਛੱਡ ਦੇਵੇ, ਨਾ ਛੱਡਦਾ ਹੀ ਨਹੀਂ ਹੈ। ਫਿਰ ਉਹ ਕਰੇ ਕੀ? ਬਸ ਉਹਨੂੰ ਖਾਂਦਾ ਰਹਿੰਦਾ ਹੈ, ਉਹਨੂੰ ਖਾਂਦਾ ਰਹਿੰਦਾ। ਨਾ ਉਹ ਛੱਡਿਆ ਜਾਂਦਾ, ਨਾ ਕਹਿੰਦੇ ਨਾ ਉਹ ਮੁੱਕਦਾ। ਔਰਨ ਪੈ ਜਾਨਾ ਚੂਕਾ, ਪਰ ਉਹਦਾ ਫਾਇਦਾ ਕੀ ਹੈ? ਉਹਦਾ ਫਾਇਦਾ ਕੀ? ਜਦੋਂ ਉਹ ਅੰਮ੍ਰਿਤ ਨਾਮ ਦਿੰਦਾ ਹੈ ਭਗਤ ਨੂੰ, ਤੇ ਭਗਤ ਨੂੰ ਛਕਦਾ ਹੈ, ਤੇ ਉਹ ਮੁੱਕਦਾ ਵੀ ਨਹੀਂ, ਛੱਡਿਆ ਵੀ ਨਹੀਂ ਜਾਂਦਾ, ਉਹਦਾ ਲਾਭ ਕੀ ਹੈ? ਇੱਥੇ ਕਬੀਰ ਸਾਹਿਬ ਜੀ ਕਹਿੰਦੇ ਇਹਦੇ ਨਾਲ ਫਾਇਦਾ ਹੋ ਗਿਆ, ਔਰਨ ਪੈ ਜਾਨਾ ਚੂਕਾ, ਕਿਸੇ ਪਾਸੇ ਬਿਰਤੀ ਜਾਂਦੀ ਹੀ ਨਹੀਂ ਹੈ, ਹੋਰ ਕਿਸੇ ਪਾਸੇ ਖਿਆਲ ਨਹੀਂ ਜਾਂਦਾ, ਕਿਸੇ ਦੀ ਗੱਲ ਨਹੀਂ ਕਰਦਾ, ਕਿਸੇ ਨਾਲ ਧਿਆਨ ਨਹੀਂ ਲਾਉਂਦਾ। ਮਤਲਬ ਸਾਰਾ ਹੀ ਚੂਕਾ ਖਤਮ ਹੋ ਗਿਆ, ਸੰਸਾਰ ਦੇ ਨਾਲੋਂ ਨਾਤਾ ਹੀ ਖਤਮ ਹੋ ਗਿਆ। ਸੋ ਜਦੋਂ ਇਹੋ ਜਿਹੀ ਅਵਸਥਾ ਜਿਹਦੀ ਬਣ ਜਾਂਦੀ ਹੈ ਨਾ, ਤੇ ਸੰਸਾਰ ਦੇ ਲੋਕ ਉਹਨੂੰ ਕਮਲਾ ਕਹਿੰਦੇ ਕਿ ਇਹਨੂੰ ਹੁਣ ਵਿਹਾਰ ਦਾ ਨਹੀਂ ਪਤਾ ਲੱਗਦਾ, ਇਹ ਕਮਲਾ ਹੈ। ਹਾਂ, ਸੰਸਾਰ ਦੀ ਨਿਗਾਹ 'ਚ ਕਮਲਾ ਹੈ, ਪਰ ਉਹ ਬ੍ਰਹਮ ਵੇਤਾ ਬਣ ਜਾਂਦਾ ਰੱਬ ਦੀ ਨਿਗਾਹ 'ਚ। ਅਤੇ ਰੱਬ ਦੀ ਨਿਗਾਹ 'ਚ ਕਮਲੇ ਕੌਣ ਨੇ? ਜਿਹੜੇ ਰੱਬ ਨੂੰ ਨਹੀਂ ਜਾਣਦੇ, ਜਿਨ੍ਹਾਂ ਨੂੰ ਨਾਮ ਨਹੀਂ ਮਿਲਿਆ, ਰੱਬ ਦੀ ਨਿਗਾਹ 'ਚ ਉਹ ਕਮਲੇ ਹੁੰਦੇ ਨੇ। ਹਾਂ, ਜਿਹੜਾ ਭਗਤ ਗਿਆਨੀ ਉਹ ਵਿਰਲੇ ਹੁੰਦੇ ਨੇ। ਜਿਹੜੇ ਭਗਤ ਗਿਆਨੀ ਨੇ ਭਾਈ, ਉਹ ਸੋ ਬ੍ਰਹਮ ਦੀ ਵਿਚਾਰ ਦੇ ਵਿੱਚ ਨੇ, ਬ੍ਰਹਮ ਦਾ ਆਨੰਦ ਲੈਂਦੇ ਨੇ, ਅਤੇ ਗਾਹਾਂ ਗਿਆਨ ਵੀ ਵੰਡਦੇ ਨੇ। ਕਮਲੇ ਸੰਸਾਰ ਵਿੱਚ ਵੀ ਉਹ ਮਹਾਂਦਾਰਸ਼ਕ ਹੁੰਦੇ ਨੇ। ਸੰਸਾਰ ਵੀ ਉਹਨਾਂ ਨੂੰ ਕਮਲਾ ਨਹੀਂ ਫਿਰ ਕਹਿ ਸਕਦਾ। ਆ ਜਿਹੜੀ ਬਾਣੀ ਲਿਖੀ ਹੋਈ ਹੈ, ਇਹਨੂੰ ਕੋਈ ਝੂਠਾ ਕਰਕੇ ਦੱਸੇ, ਕਮਲਾ ਤਾਂ ਕੋਈ ਲਿਖ ਨਹੀਂ ਸਕਦਾ। ਬ੍ਰਹਮ ਵੇਤਾ ਹੋਏ ਨੇ ਸਾਰੇ। ਸੋ ਇਹ ਜਿਨ੍ਹਾਂ 'ਤੇ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ, ਉਹਨਾਂ ਨੂੰ ਭਗਤ ਗਿਆਨੀ ਬਣਾਉਂਦਾ, ਫਿਰ ਤਦੇ ਸੰਸਾਰ ਦਾ ਭਲਾ ਹੁੰਦਾ। ਹੁਣ ਪਾਤਸ਼ਾਹ ਇੱਥੇ ਕਬੀਰ ਸਾਹਿਬ ਕਹਿੰਦੇ ਜਿਹਨੂੰ ਰਾਸੋਂ ਮਿਲ ਗਿਆ, ਉਹਦਾ ਹੋਰ ਬਾਕੀ ਸਾਰੇ ਪਾਸਿਆਂ ਨਾਲੋਂ ਕਹਿੰਦੇ ਧਿਆਨ ਖਤਮ ਹੋ ਗਿਆ। ਕਹਿੰਦੇ ਜੋ ਜੀਵਨ ਮਰਨਾ ਜਾਣੈ, ਸੋ ਪੰਚ ਸੈਲ ਸੁਖ ਮੰਨੈ। ਆ ਜਿਹੜਾ ਜੀਵਨ ਮਰਨਾ ਨਾ, ਮਰ ਕੇ ਜਿਉਂਦੇ ਹੋਣਾ, ਇਸ ਖੇਡ ਨੂੰ ਜਿਹੜਾ ਸਮਝ ਗਿਆ ਵੀ ਸੰਸਾਰ ਵਾਲੇ ਪਾਸੇ ਤੋਂ ਮਰਨਾ ਤੇ ਨਿਰੰਕਾਰ ਵਾਲੇ ਪਾਸੇ ਜੀਣਾ, ਤੇ ਆਪਣੀਆਂ ਲੋੜਾਂ ਨੂੰ ਖਤਮ ਕਰਨਾ, ਤੇ ਜਿਹੜਾ ਸੋ ਆਤਮਿਕ ਲੋੜ ਹੈ, ਆਤਮਿਕ ਅੰਦਰਲੀ ਖੁਰਾਕ ਹੈ, ਉੱਧਰਲੇ ਪਾਸੇ ਧਿਆਨ ਲਾਉਣਾ, ਸਰੀਰ ਦੀਆਂ ਲੋੜਾਂ ਖਤਮ ਕਰ ਲਈਆਂ, ਇਹਨੂੰ ਜੀਵਨ ਮਰਨਾ। ਕਿਉਂਕਿ ਜਿਉਂਦੇ ਮਰਨਾ ਜਿਹੜਾ ਤਾਂ ਸਰੀਰ ਦਾ ਨਾ, ਆਤਮਾ ਦਾ ਤਾਂ ਕੋਈ ਸੰਬੰਧ ਨਹੀਂ। ਮਤਲਬ ਜੀਣਾ ਕੀ ਹੈ ਅਤੇ ਮਰਨਾ ਕੀ, ਜਿਹੜਾ ਇਸ ਗੱਲ ਨੂੰ ਸਮਝ ਗਿਆ, ਜਿਹਨੇ ਇਸ ਗੱਲ ਨੂੰ ਸਮਝ ਲਿਆ, ਸਰੀਰ ਨੂੰ ਛੱਡੂ, ਸਰੀਰ ਤੋਂ ਉੱਪਰ ਉੱਠੂ, ਉਹ ਆਤਮਿਕ ਨਿਜ ਨਿਰਖਤ ਹੋਊਗਾ, ਆਪਣੇ ਆਪ ਨੂੰ ਉਹ ਤੱਕੇਗਾ। ਕਬੀਰ ਸਾਹਿਬ ਦੇ ਕਹਿੰਦੇ ਜਿਹੜਾ ਜੀਵਨ ਮਰਨਾ ਜਾਣ ਜਾਂਦਾ, ਸੋ ਪੰਚ ਹੁੰਦਾ ਸ੍ਰੇਸ਼ਟ ਮੁਖੀ। ਜਪਜੀ ਸਾਹਿਬ ਦੇ ਵਿੱਚ ਜੋ ਕੀਤਾ, ਵਿਖਿਆਨ ਮਹਾਰਾਜ ਨੇ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੇ ਦਰਗੇ, ਮਨੋ ਸ੍ਰੇਸ਼ਟ ਹੈ। ਅਤੇ ਸੈਲ ਤੋਂ ਨਿਰਾਕਾਰ, ਸੈਲ ਸੁਖ ਮਾਨੈ, ਨਿਰਾਕਾਰ ਦਾ ਸੁਖ ਮਾਨਦਾ, ਸ਼ੈਲ ਛਬੀਲਾ ਨਿਰਾਕਾਰ ਦਾ ਸੁਖ ਮਾਣਦਾ। ਉਹ ਪੰਚ ਹੈ ਅਤੇ ਨਿਰਾਕਾਰ ਭਾਵ ਰੱਬ ਦਾ ਸੁਖ ਮਾਣਦਾ। ਰੱਬ ਦਾ ਜਿਹੜਾ ਸੁੱਖ ਹੈ ਉਹ ਆਤਮਿਕ ਸੁੱਖ ਹੈ। ਜੇ ਕਹਿ ਲਈਏ ਰੱਬ ਦਾ ਸੁੱਖ ਵੀ ਦੋਨਾਂ ਜਹਾਨਾਂ ਦੇ ਸੁੱਖ ਹੈ,
ਉਹ ਸੰਸਾਰ ਵਿੱਚ ਵੀ ਵਿਚਰਦਾ ਫਿਰ ਵੀ ਸੁਖੀ ਹੁੰਦਾ ਹੈ। ਕਬੀਰ ਸੋ ਧਨ ਪਾਇਆ, ਹਰ ਭੇਟ ਤੇ ਆਪ ਮਿਟਾਇਆ। ਕਬੀਰ ਭਾਵ ਕਬੀਰ ਸਾਹਿਬ ਨੇ ਹੁਣ ਉਸ ਧਨ ਨੂੰ ਪ੍ਰਾਪਤ ਕਰ ਲਿਆ, ਉਸ ਧਨ ਨੂੰ ਪ੍ਰਾਪਤ ਕਰ ਲਿਆ ਜਿਹਦੇ ਨਾਲ ਉਹ ਪੰਚ ਬਣਿਆ, ਜਿਹਦੇ ਕਰਕੇ ਉਹਨੂੰ ਨਿਰਾਕਾਰ ਦਾ ਸੁਖ ਪ੍ਰਾਪਤ ਹੋਇਆ। ਉਹ ਧਨ ਐਸਾ ਪਾ ਲਿਆ ਜਿਸ ਧਨ ਦੀ ਬਦੌਲਤ ਇਸ ਦੀ ਭੇਟ ਨਿਰੰਕਾਰ ਦੇ ਨਾਲ ਹੋ ਗਈ, ਨਿਰੰਕਾਰ ਦੀ ਨਾਲ ਭੇਟ ਹੋ ਗਈ। ਸੋ ਭਾਵ ਨਾਮ ਜਪਦਿਆਂ ਜਪਦਿਆਂ ਆਪਾ ਮਿਟਿਆ, ਆਪਾ ਮਿਟਿਆ ਨਿਰੰਕਾਰ ਨਾਲ ਭੇਟ ਹੋ ਗਈ। ਭਾਵ ਜਦੋਂ ਨਿਰੰਕਾਰ ਨਾਲ ਭੇਟ ਹੁੰਦੀ ਆਪਾ ਉਂਝ ਹੀ ਮਿਟ ਜਾਂਦਾ ਹੈ। ਜਿੱਦਾਂ ਨਦੀ ਹੈ, ਜਦੋਂ ਨਦੀ ਸਮੁੰਦਰ ਦੇ ਵਿੱਚ ਡਿੱਗ ਜਾਂਦੀ ਉਹ ਆਪਾ ਮਿਟ ਦਿੰਦੀ ਹੈ, ਉਹਦਾ ਕੋਈ ਨਾਂ ਨਹੀਂ ਰਹਿ ਜਾਂਦਾ। ਕਿਉਂ? ਕਿਉਂਕਿ ਹੁਣ ਉਹ ਸਾਗਰ ਬਣ ਗਈ। ਇਸੇ ਤਰ੍ਹਾਂ ਜੋ ਪਾਣੀ ਦੇਖੋ, ਪਾਣੀ ਦਰਿਆ ਵਿੱਚ ਵੀ, ਨਦੀ ਵਿੱਚ ਵੀ, ਸਮੁੰਦਰ ਵਿੱਚ ਵੀ, ਦੋਨਾਂ 'ਚ ਹੀ ਪਾਣੀ ਹੈ। ਪਰ ਜਿੰਨਾ ਚਿਕਰ ਸਮੁੰਦਰ ਵਿੱਚ ਨਹੀਂ ਜਾਣਾ ਉਨਾ ਚਿਕਰ ਉਹਦਾ ਨਾਉ ਹੈ, ਉਨਾ ਚਿਕਰ ਉਹਦੀ ਗਤੀ ਵੀ ਹੈ, ਉਹ ਚੱਲਦੀ ਪਈ ਹੈ। ਜਦੋਂ ਸਮੁੰਦਰ 'ਚ ਡਿੱਗ ਗਈ ਉਹਦਾ ਨਾਂ ਖਤਮ ਹੋ ਗਿਆ, ਹੁਣ ਚੱਲਦੀ ਨਹੀਂ ਹੈ, ਉੱਥੇ ਡਿੱਗੀ ਜਾਂਦੀ। ਪਾਣੀ ਕਿੱਥੇ ਚੱਲਦਾ ਉਹਦਾ? ਉਹ ਤਾਂ ਸਮੁੰਦਰ ਨੇ ਜਿੱਧਰ ਨੂੰ ਲੈ ਕੇ ਜਾਣਾ ਉੱਧਰ ਨੂੰ ਜਾਂਦਾ ਹੈ। ਉਹ ਦਰਿਆ ਆਪਣੀ ਮਰਜ਼ੀ ਦਾ ਨਹੀਂ ਚੱਲ ਸਕਦਾ, ਉਹਦੇ ਕਿਹੜਾ ਉਹਦੇ ਕੰਢੇ ਆਪਣੇ। ਇੱਥੇ ਤਾਂ ਕੰਢੇ ਸੀ, ਕੰਢਿਆਂ ਦੇ ਵਿੱਚ ਤੁਰੀ ਗਈ ਤੁਰੀ ਗਈ, ਉੱਥੇ ਸਭ ਰਹਿਤ ਮਰਜ਼ਾਦਾ ਸਭ ਖਤਮ, ਉੱਥੇ ਟੋਟਲ ਖਤਮ ਹੋ ਜਾਂਦਾ, ਕੋਈ ਕੰਢਾ ਨਹੀਂ ਰਹਿ ਜਾਂਦਾ। ਫਿਰ ਜਿੱਧਰ ਨੂੰ ਰੱਬ ਨੇ ਲਾਉਣਾ, ਰੱਬ ਨੇ ਭੇਜਣਾ, ਉੱਧਰ ਨੂੰ ਤੁਰ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਕਬੀਰ ਸਾਹਿਬ ਜੀ ਦੇ ਦੁਆਰਾ ਸਾਨੂੰ ਬ੍ਰਹਮ ਦਾ ਉਪਦੇਸ਼ ਦਿੱਤਾ ਹੈ। ਗੁਰੂ ਕਿਰਪਾ ਕਰੇ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਬਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸੁਮਰਾ ਸੁਆਮੀ, ਸੋਖਿਓ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਕਰਤਾ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ ਸਦਾ ਸਿਵ ਸਲਾਹ ਤੇਰੀ। ਨਾਉ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ, ਵਾਜੀ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੂੰ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ। ਕਲਾ ਜਿਤ ਕਰਤਾਰੀਆ, ਪੰਚ ਦੂਤ ਦਵਸ ਕੀਤੇ। ਕਾਲ ਕੰਠਕ ਮਾਰਿਆ, ਤੁਰ ਕਰਮ ਪਾਇਆ। ਤੁਰ ਜਿਨ ਕਉ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕਹੋਂ ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿਤੇ, ਪਵਿੱਤ ਸਤਿਗੁਰ ਹਾ ਭਰਪੂਰੇ। ਬਿਨਵੰਤ ਨਾਨਕ ਗੁਰੂ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ, ਪਵਿੱਤ ਸਤਿਗੁਰ ਹਾ ਭਰਪੂਰੇ। ਬਿਨਵੰਤ ਨਾਨਕ ਗੁਰੂ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਤੂੰ ਠਾਕੁਰ ਤੁਮ ਜੀਉ ਪਿੰਡ ਸਭ ਤੇਰੀ ਰਾਸ। ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਅੰਤ ਚੇਤੇ ਚਾਪਨ ਵਨ
तुरी तुमरे सूत्र तारी, तुम ते होए सो आज्ञाकारी। तुमरी गत मित तुम ही जानी, नानक दास सदा कुर्बानी। वाहिगुरू। ਵਾਹਿਗੁਰੂ। ਵਾਹਿਗੁਰੂ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤੇ ਨਹੀਂ ਹਾਰਿਆ ਸਿੱਖੀ ਸਿੱਧੇ ਸੌ ਜਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ। ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਧਿਆਨ ਤੇ ਖਾਲਸਾ ਜੀ ਬੋਲੋ ਜੀ। ਵਾਹਿਗੁਰੂ। ਵਰਤਮਾਨ ਸਰਬੱਤ ਖਾਲਸਾ ਜੀ ਹੋ ਵਾਹਿਗੁਰੂ ਵਾਹਿਗੁਰੂ ਨਾਮ ਸਿਆਰ ਸਿਆਰ ਦਾ ਸਤਿਕਾਰ ਸਤਿ ਸੁਖ ਹੋਵੇ। ਜਾਂ ਜੋ ਖਾਲਸਾ ਦੀ ਸਾਜਤਾ ਦਾ ਖਿਆਲ ਰੱਖ ਦੇਖ ਕੇ ਸਾਹਿਬ ਜੀ ਸਹਾਏ ਖਾਲਸਾ ਜੀ ਕੀ ਗੁਰਬਾਣੀ ਬੋਲੋ ਜੀ। ਵਾਹਿਗੁਰੂ। ਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਜਾਨ ਕੀ ਸਥਾਨ ਰਹਿ ਤਾਂ ਵੇਖ ਤਾਂ ਸਾਧ ਤਾਂ ਪੁਰਸਾ ਦਾਨਾ ਸਦਾ ਨਾਮ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੀ ਬਖਸ਼ਿਸ਼ ਚੌਕੀਆਂ ਝੰਡੇ ਹੋਗੇ ਜੀ ਕੋ ਜੀ ਕੋ ਤਾਂ ਬੋਲੋ ਜੀ। ਵਾਹਿਗੁਰੂ। ਸਿੱਖਾਂ ਦਾ ਮਨ ਨਹੀਂ ਮਨ ਜੀਵਨ ਭਗਤੀ ਰੱਖਿਆ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੀ ਬਾਣੀ ਹੈ ਅੰਮ੍ਰਿਤ ਦੇ ਦੀ ਬਾਣੀ ਸਦੀ ਸਦੀ ਬਾਣੀ ਜੇ ਤਨੇ ਇਹ ਵੀ ਬਾਣੀ ਸਦੀ ਜਾ ਸਾਡੀ ਬਾਣੀ ਦੀ ਕਥਾ ਚਾਰ ਕੇ ਹਰਸ਼ਾ ਦੇ ਸ਼ਿਕੋ ਤੋ ਲਾਜ ਪਾਲੀ ਕਮਾ ਕਰਦੇ ਬਾਣੀ ਦਾ ਮਹੱਤਵ ਨਹੀਂ ਸੁਣਾ ਤੇਰੇ ਕੋਲ ਬਾਣੀ ਦਾ ਤਤਵਾਂ ਤੋਂ ਸੰਤਾਂ ਦੇ ਕੋਲ ਬਖਸ਼ਿਆ ਦਾਤਾ ਦੇ ਬੜਾ ਪ੍ਰਸ਼ਾਦ ਦੀ ਕਮਾਈ ਕਰੀ ਤਾਂ ਸਤਿ ਸ੍ਰੀ ਸੀਤ ਪ੍ਰਸ਼ਾਦ ਸੰਤਾਂ ਦੇ ਵਰਤੇ ਜੋ ਸ਼ਿਕਿਆ ਤੇ ਜੀ ਬਾਵਨ ਹੁਕਮ ਬਖਸ਼ੋ ਸਰਦਾਂ ਦਾ ਸਹੀ ਪਿਆਰ ਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ, ਪ੍ਰਗਟ ਗੁਰਾਂ ਕੀ ਦੇ ਖੋਜ ਸ਼ਬਦ ਮੈਂ ਲੈ, ਆਕੀ ਰਹੇ ਨ ਕੋਏ ਬਚੇ ਸ਼ਰਨ ਜੋ ਹੋਏ। ਚੜੇ ਸੋਤਰੇ ਪਾਰ ਗੁਰ ਪਾਰ ਉਤਾਰਨ ਹਾਰ, ਕਲਗੀ ਸੋਏ ਸੀਸ ਗੁਰੂ ਕਲਗੀ ਧਰ ਜਗਦੀਸ਼। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਈ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ।
ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਬਿਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨ ਗਵਾਵੈ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨ ਗਵਾਵੈ। ਰਹਾਉ। ਜੋ ਕਿਛ ਕਰੇ ਸੋ ਆਪੇ ਸੁਆਮੀ, ਹਰਿ ਆਪੇ ਕਾਰ ਕਮਾਵੈ। ਹਰਿ ਆਪੇ ਹੀ ਮਤ ਦੇਵੈ ਸੁਆਮੀ, ਹਰਿ ਆਪੇ ਬੋਲ ਬੁਲਾਵੈ। ਹਰਿ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਅਪ ਪਾਵੈ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰਿ ਆਪੇ ਝਗਰ ਚੁਕਾਵੈ। ਹਰਿ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਅਪ ਪਾਵੈ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰਿ ਆਪੇ ਝਗਰ ਚੁਕਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ ਵਾਹਿਗੁਰੂ ਗੁਰੂ ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बंसी का त्याग सकिए, बिखै बंसी का, बिखै बंसी का, बिखै बंसी का त्याग सकिए। देवल को देव है के शाहन को शाह है, के राजन को राज है के
रावल कुराऊ है, कि रावल कुराऊ है। देवल को देव है, के शाहन के शाह है, के राजन को राज है, कि रावल कुराऊ है, कि रावल कुराऊ है। देवल को देव है, के शाहन को शाह है, के राजन को राज है, कि रावल कुराऊ है, कि रावल कुराऊ है। देवल को देव है, के शाहन को शाह है, के राजन को राज है, कि रावल कुराऊ है, कि रावल कुराऊ है। देवल को देव है, के शाहन को शाह है, के राजन को राज है, कि रावल कुराऊ है, कि रावल कुराऊ है। आत्मा प्रधान जा, सिद्धता स्वरूपता, बुद्धता विभूत जा, सिद्धता स्वभाव है। आत्मा प्रधान जा, सिद्धता स्वरूपता, बुद्धता विभूत जा, सिद्धता स्वभाव है, सिद्धता स्वभाव है, सिद्धता स्वभाव है, सिद्धता स्वभाव है, सिद्धता स्वभाव है। देवल को देव है, शाहन को शाह है, के राजन को राज है, के रावल कुराऊ है, के रावल कुराऊ है। देवल को देव है, के शाहन को शाह है, के राजन को राज है, के रावल कुराऊ है, के रावल कुराऊ है। सुरंगता है, रंग के सुपाव है। राग भी न रंगता है, रूप भी न रेख जाए, रंग भी सुरंगता है, रंग के सुपाव है, रंग के सुपाव है, रंग के सुपाव है, रंग के सुपाव है, रंग के है। देवल को देव है, के शाहन को शाह है, के राजन को राज है, के रावल को राव है, के रावल को राव है। देवल को देव है।
सो मित्र है, परमता पवित्र है। मित्र सो चित्र सो पवित्र है, परमता पवित्र है। सो मित्र के मित्र है, अभूत पाओ है, अभूत पाओ है, अभूत पाओ है, विभूत पाओ है, विभूत पाओ है। देवन को देव है, के शाहन को शाह है, के राजन को राज है, के रावण को राव है, के रावण को राव है। देवल को देव है, के शाहन को शाह है, के राजन को राज है, के रावण को राव है, के रावण को राव है, के रावण को राव है। गुरपुरा मेरा गुरपुरा, गुरपुरा मेरा